महला पहला। वड्डी वड्याई जा वड्डा नाओ। वड्डी वड्याई जा सच न्याओ। वड्डी वड्याई जा निहचल थाओ। वड्डी वड्याई जानै आलाओ। वड्डी वड्याई बुझै सब भाओ। वड्डी वड्याई जा पुछ ना दात। वड्डी वड्याई जा आपे आप। नानक कार न कथनी जाए। कीता करुणा सर्ब रजाई। वाहिगुरु जी का खालसा वाहिगुरु जी की फतेह। जुगो जुग अटल चवर छतर तख्त दे मालक। शब्द गुर अवतार कल जुग के बोहित नाम के जहाज। जाहरा जहूर हाजरा हजूर सतगुरु धन धन सतगुरु श्री गुरु ग्रंथ साहिब जी महाराज। तिन्हां दी पावन पवित्र हदूद दे अंदर जुड़ मिल करके संध्या वेले इस इलाही समय दा लाहा खट रहे अते जिथों तक भी गुरु घर तो ये आवाज़ पहुँचती है, जो कोई भी माई भाई गुरु दे शब्द दी विचार दे नाल जुड़न वास्ते एकाग्रचित होकर के बैठा है, उसका इस समय अपने स्वासां नूं सफला करना मुबारक है। आओ सतगुरु जी दे चरना कमलों विच ध्यान जोड़िए। एक बार प्यार सहित गुरु दे सन्मुख होण दी गवाही दईए। प्यार सहित आखिए जी सतनाम श्री वाहिगुरु साहिब जी। गुरु प्यारिओ, साहिबा दी बख्शिश दे नाल जो कुछ रोज़ां तो आपां आसा की वार बाणी दी विचार दे नाल लगातार जुड़ रहे हाँ। सतगुरु जी ने सुभागा समाज फिर साडी झोली दे विच पाया है। गुरदेव जी बाणी अंदर कहंदे कबीर एक घड़ी आदि हूते आद। भगतन सेती गोष्टे जो कीने सो लाभ। केवल इत्थे बैठना, संगत दे विच बैठना जां जिथे किते भी आप जी बैठ के विचार सरवण कर रहे हो गुरु दे बाणी दी, गुरु दी शरण दे विच बैठना, सुरत करके गुरु दे बचनां दे नाल जुड़े होना, ये निशानी है सतसंगत दे विच बैठे होण दी। शरीर बैठा होवे जां ना बैठा होवे इहदे नाल कोई प्रभाव नहीं पैंदा जदों तक सुरत ना बैठी होवे। कलगीधर पातशाह जी दे जीवन दी आपां घटना पढ़दे हैं ना एक साखी दे तौर ते कि कुछ सिख जिहड़े हाजिर सन वो गैर हाजिर सन, जिहड़े गैर हाजिर सन वो हाजिर सन। कुछ सिख तमाशा देखण वास्ते रात नूं पहरा छड्ड के चले गए किले दा, ते जिहड़े सिख पहरा छड्ड के किले दा गए सन उन्हां दे मन विच इक्को विचार सी कि कलगीधर पातशाह किते जाग ना जाण, उन्हां नूं पता ना लग जावे कि असीं इत्थे आए हां। ते जिहड़े सिख पहरे ते खड़े सन उन्हां दे मन विच इह सी कि कलगीधर पातशाह जी किहड़ा उठे आ,
ਜੇ ਅਸੀਂ ਚਲੇ ਹੀ ਜਾਂਦੇ ਤੇ ਅਸੀਂ ਵੇਖ ਨਾ ਆਉਂਦੇ ਤਮਾਸ਼ਾ। ਭਾਵ ਜਿਹੜੇ ਉੱਥੇ ਨੇ ਉਹ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਆ, ਸਰੀਰ ਕਰਕੇ ਉੱਥੇ ਨੇ, ਤੇ ਜਿਹੜੇ ਸਰੀਰ ਕਰਕੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਸਨਮੁਖ ਖੜੇ ਨੇ, ਦਰਬਾਰ ਦੇ ਬਾਹਰ ਪਹਿਰੇ ਤੇ ਖੜੇ ਨੇ, ਉਹਨਾਂ ਦੇ ਮਨ ਵਿੱਚ ਇਹ ਚੱਲ ਰਿਹਾ ਕਿ ਅਸੀਂ ਕਿਤੇ ਉੱਥੇ ਪਹੁੰਚੀ ਜਾਂਦੇ। ਉਹ ਮਨ ਕਰਕੇ ਉੱਥੇ ਚਲੇ ਹੀ ਗਏ ਨੇ। ਸੋ ਪਿਆਰਿਓ, ਮਨ ਕਰਕੇ ਗੁਰੂ ਘਰ ਆਇਆ ਕਰੀਏ। ਇਸੇ ਨੂੰ ਗੁਰਦੇਵ ਜੀ ਕਹਿੰਦੇ ਨਾ, ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਆਪਣੇ ਘਰ ਮੰਦਰ ਦੇ ਵਿੱਚ, ਹਿਰਦੇ ਰੂਪੀ ਘਰ ਦੇ ਵਿੱਚ ਬੈਠੀਏ। ਮਨ ਚੰਚਲ ਭੱਜਦਾ ਫਿਰਦਾ ਹੈ, ਭਰਮੈ ਭੂਲਾ ਦਹਿ ਦਿਸ ਧਾਵੈ, ਨਿਮਖ ਮਾਹੀ ਚਾਰ ਕੁੰਟ ਫਿਰ ਆਵੈ। ਚਾਰੇ ਕੁੰਡਾਂ, ਚਾਰੇ ਦਿਸ਼ਾਵਾਂ ਦੇ ਵਿੱਚ ਫਿਰ ਕੇ ਭੱਜ ਕੇ ਆ ਜਾਂਦਾ, ਨਿਮਖ ਮਾਤਰ ਸਮੇਂ ਦੇ ਅੰਦਰ। ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਨਾਲ ਆਓ ਆਸਾ ਕੀ ਵਾਰ ਬਾਣੀ ਦੀ ਜੋ ਵਿਚਾਰ ਚੱਲ ਰਹੀ ਆ, ਜੋ ਅਸੀਂ ਇਹ ਦ੍ਰਿਸ਼ ਰੋਜ਼ ਵੇਖ ਰਹੇ ਹਾਂ ਕਿ ਗੁਰਦੇਵ ਪਿਤਾ ਜੀ ਪੀਰ ਦਸਤਗੀਰ ਦੇ ਨਾਲ ਵਿਚਾਰ ਕਰ ਰਹੇ ਨੇ। ਜਾਹਰ ਪੀਰ ਜਗਤ ਗੁਰ ਬਾਬਾ, ਪੀਰ ਦਸਤਗੀਰ ਦੇ ਨਾਲ ਵਿਚਾਰ ਕਰਦਿਆਂ ਪਾਤਸ਼ਾਹ ਜੀ ਨੇ ਸਾਨੂੰ ਪੌੜੀਆਂ ਦੇ ਰੂਪ ਦੇ ਵਿੱਚ ਜੋ ਬਖਸ਼ਿਸ਼ ਦਿੱਤੀ, ਜੋ ਸਾਨੂੰ ਵੀ ਇਹ ਗਿਆਨ ਦਾ ਸੋਮਾ, ਇਹ ਗਿਆਨ ਸਮਝਾਇਆ ਕਿ ਭਾਈ ਅਕਾਲ ਪੁਰਖ ਦਾ ਸਰੂਪ ਇਸ ਤਰ੍ਹਾਂ ਦਾ ਹੈ, ਉਹ ਸੰਸਾਰ ਤੇ ਇਸ ਤਰ੍ਹਾਂ ਦੇ ਕਾਰਜ ਕਰਦਾ ਆ, ਉਹ ਸੰਸਾਰ ਵਿੱਚ ਇਸ ਤਰ੍ਹਾਂ ਵਸਿਆ, ਉਹਨੂੰ ਇਸ ਤਰ੍ਹਾਂ ਪ੍ਰਾਪਤ ਕੀਤਾ ਜਾਂਦਾ। ਤੇ ਹੋਰ ਵੀ ਗੁਰੂ ਦੇ ਸਿੱਖ ਹੋਣ ਦੇ ਨਾਤੇ ਇਹ ਬਖਸ਼ਿਸ਼ ਸਾਡੇ ਉੱਪਰ ਪਾਤਸ਼ਾਹ ਜੀ ਨੇ ਕੀਤੀ ਆ ਕਿ ਸਾਨੂੰ ਗੁਰਦੇਵ ਜੀ ਨੇ ਸੰਸਾਰ ਦੇ ਰਾਜਨੀਤਿਕ, ਸਮਾਜਿਕ, ਘਰੇਲੂ, ਧਾਰਮਿਕ ਸਾਰੇ ਮਸਲੇ ਇਸ ਬਾਣੀ ਦੇ ਵਿੱਚ ਸਮਝਾਏ ਨੇ। ਅੱਗੇ ਅੱਗੇ ਜਿਵੇਂ ਜਿਵੇਂ ਵਿਚਾਰ ਚੱਲਦੀ ਜਾਵੇਗੀ, ਆਪਾਂ ਵਿਚਾਰ ਦੇ ਨਾਲ ਜੁੜਦੇ ਜਾਵਾਂਗੇ। ਅੱਜ ਗੁਰਮੁਖ ਪਿਆਰਿਓ, ਦੂਜੀ ਪੌੜੀ ਦੇ ਦੂਜੇ ਸ਼ਲੋਕ ਦੀ ਵਿਚਾਰ ਦੇ ਨਾਲ ਆਪਾਂ ਜੁੜਨਾ ਹੈ। ਜਿਹੜਾ ਸ਼ਲੋਕ ਆਪ ਜੀ ਨੇ ਸਰਵਣ ਕੀਤਾ ਹੈ, ਮਹੱਲਾ ਪਹਿਲਾ ਸਿਰਲੇਖ ਹੈ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਮੁਖ ਤੋਂ ਉਚਾਰਨ ਕੀਤਾ ਹੋਇਆ ਸ਼ਲੋਕ। ਤੇ ਅਗਲਾ ਇੱਕ ਸ਼ਲੋਕ ਜਿਹੜਾ ਤੀਜਾ ਸ਼ਲੋਕ ਹੈ, ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਪਾਵਨ ਮੁਖ ਤੋਂ ਉਚਾਰਨ ਕੀਤਾ ਹੋਇਆ ਹੈ। ਜੇ ਸਮਾਂ ਬਣਿਆ ਦੋਵੇਂ ਸ਼ਲੋਕਾਂ ਦੀ ਵਿਚਾਰ ਦੇ ਨਾਲ ਜੁੜਾਂਗੇ, ਨਹੀਂ ਤੇ ਇੱਕ ਸ਼ਲੋਕ ਦੀ ਵਿਚਾਰ ਨੂੰ ਮੁਕੰਮਲ ਸਮਝ ਲਈਏ। ਗੁਰਦੇਵ ਜੀ ਕਹਿੰਦੇ, ਵੱਡੀ ਵਡਿਆਈ ਜਾਂ ਵੱਡਾ ਨਾਮ, ਉਸ ਅਕਾਲ ਪੁਰਖ ਦੀ ਵਡਿਆਈ ਬੜੀ ਵੱਡੀ ਹੈ। ਕਿਤਨੀ ਕੁ ਵੱਡੀ? ਹੁਣ ਸੰਸਾਰ ਤੇ ਕਿਸੇ ਜੀਵ ਦੀ ਅਸੀਂ ਵਡਿਆਈ ਵੇਖਣੀ ਹੋਵੇ, ਕਿਸੇ ਪੁਰਖ ਦੀ ਅਸੀਂ ਵਡਿਆਈ ਉਸਤਤ ਕਰਨੀ ਹੋਵੇ, ਤੇ ਉਸ ਪੁਰਖ ਦੀ ਉਸਤਤ ਹਮੇਸ਼ਾ ਚੜ੍ਹਦੀ ਕਲਾ ਵਾਲੇ ਕਾਰਜਾਂ ਦੇ ਨਾਲ ਕੀਤੀ ਜਾਂਦੀ। ਭਾਵ ਜਿਹੜੇ ਕਾਰਜਾਂ ਨੂੰ ਸੰਸਾਰ ਤੇ ਚੰਗਾ ਸਮਝਿਆ ਜਾਂਦਾ ਹੋਵੇ, ਉਹਨਾਂ ਕਾਰਜਾਂ ਦੇ ਨਾਲ ਕੀਤੀ ਜਾਂਦੀ। ਕੋਈ ਇਹ ਨਹੀਂ ਕਹਿੰਦਾ ਭਾਈ ਇਹ ਬੜਾ ਵੱਡਾ ਝੂਠਾ ਆ, ਭਾਵ ਇਹਨੂੰ ਉਸਤਤ ਨਹੀਂ ਸਮਝਿਆ ਜਾਂਦਾ ਕਿ ਬੜਾ ਝੂਠ ਬੋਲਦਾ, ਇਹਨੂੰ ਉਸਤਤ ਨਹੀਂ, ਜਾਂ ਬੜੀਆਂ ਚੋਰੀਆਂ ਕੀਤੀਆਂ ਨੇ, ਇਹਨੂੰ ਉਸਤਤ ਨਹੀਂ ਸਮਝਿਆ ਜਾਂਦਾ, ਇਹਨੂੰ ਤੌਹੀਨ ਸਮਝਿਆ ਜਾਂਦਾ ਹੈ। ਉਸਤਤ ਉਹਨਾਂ ਕੰਮਾਂ ਦੇ ਨਾਲ ਕੀਤੀ ਜਾਂਦੀ ਆ, ਵਡਿਆਈ ਉਹਨਾਂ ਕੰਮਾਂ ਦੇ ਨਾਲ ਕੀਤੀ ਜਾਂਦੀ ਹੈ ਜਿਹੜੇ ਕੰਮਾਂ ਨੂੰ ਸੰਸਾਰ ਨੇ ਪ੍ਰਵਾਨ ਕਰ ਲਿਆ ਕਿ ਇਹ ਕੰਮ ਬੜੇ ਉੱਚੇ ਸੁੱਚੇ ਨੇ, ਬੜੇ ਚੰਗੇ ਕੰਮ ਨੇ। ਤੇ ਗੁਰਦੇਵ ਜੀ ਇਹੋ ਸਾਨੂੰ ਬਖਸ਼ਿਸ਼ ਕਰਦੇ ਕਿ ਭਾਈ ਉਸ ਅਕਾਲ ਪੁਰਖ ਨੇ ਜਿਹੜਾ ਇਸ ਸਾਰੀ ਸ੍ਰਿਸ਼ਟੀ ਨੂੰ ਬਣਾ ਕੇ ਪਿਛਲੀ ਪੌੜੀ ਦੇ ਵਿੱਚ ਬਖਸ਼ਿਸ਼ ਹੋਈ, ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ, ਜਿਹੜਾ ਇਸ ਸਾਰੀ ਸ੍ਰਿਸ਼ਟੀ ਦੇ ਵਿੱਚ ਵਸ ਰਿਹਾ ਅਕਾਲ ਪੁਰਖ, ਉਸ ਅਕਾਲ ਪੁਰਖ ਦੀ ਵਡਿਆਈ ਬੜੀ ਵੱਡੀ ਹੈ। ਬਾਣੀ ਦੇ ਵਿੱਚ ਅਨੇਕਾਂ ਥਾਵਾਂ ਤੇ ਗੁਰਦੇਵ ਜੀ ਨੇ ਇਹ ਬਖਸ਼ਿਸ਼ ਕੀਤੀ, ਕਿਉਂਕਿ ਅਕਾਲ ਪੁਰਖ ਦਾ ਸਰੂਪ ਦੱਸਣ ਵਾਸਤੇ ਹੀ ਇਹ 1430 ਅੰਗਾਂ ਦਾ ਖਜ਼ਾਨਾ ਜਿਹੜਾ ਪਾਤਸ਼ਾਹ ਜੀ ਨੇ ਸਾਡੀ ਝੋਲੀ ਦੇ ਵਿੱਚ ਪਾਇਆ ਵਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਸਾਰੇ ਸਰੂਪ ਦੇ ਅੰਦਰ ਉਸ ਅਕਾਲ ਪੁਰਖ ਦੀ ਵਡਿਆਈ ਕੀਤੀ ਗਈ। ਹੋਰ ਕਿਸੇ ਦੇਵੀ ਦੇਵਤੇ, ਕਿਸੇ ਪੱਥਰ ਮੜੀ ਮਸਾਣ ਦੇ ਨਾਲ ਗੁਰੂ ਪਾਤਸ਼ਾਹ ਜੀ ਨੇ ਨਹੀਂ ਜੋੜਿਆ, ਸਗੋਂ ਸਪਸ਼ਟ ਤੌਰ ਤੇ ਬਚਨ ਵੀ ਕਰ ਦਿੱਤਾ
कि मड़ा मसान ना जाई, कि मड़ियां ते जाके सिखां ने पूजा नहीं करनी, पत्थरां दी पूजा नहीं करनी, पाहन मैं परमेश्वर ना ही। कलगीधर पातशाह बचन करते, गुरुदेव जी कहते जो जी होत तो देत कछु तोहे, कर मन बच कर्म विचार, केवल एक शरण स्वामी बिन यो नह कतै उधार। शब्द जारे बाणी पढ़ते हैं कलगीधर पातशाह जी दी। पातशाह जी कहते पत्थर नूं तुसीं अनेकां तर੍ਹਾਂ ਦੇ ਨਾਲ पदार्थ पूजा करते हो, ਉਹਦੇ सन्मुख रखते हो, अछत धूप दीप अर्पत है, पाहन कछु न खै है, ता मैं कहां सिद्ध है रे जड़, तोहे कछु बरदै है। कहते भाई ਉਹਦੇ ਵਿੱਚ ਕਿਹੜਾ ਕੋਈ ਸਿੱਧੀ ਹੈ, ਉਹਦੇ ਵਿੱਚ ਕਿਹੜਾ ਕੋਈ ਬਖਸ਼ਿਸ਼ ਹੈ, नहीं ते तुर के ना विखावे, वो कोई कारज करके ना विखावे। इस करके जेड़े पत्थर दे केवल पत्थर दे विच समझना, ये साडे जीवन दी सब तो वड्डी त्रासदी है, ये साडे जीवन दी सब तो वड्डी गलती है जे असीं केवल पत्थर दे विच समझदे। हाँ है पत्थर दे विच भी वसदा, ओहदे अंदर भी जे कण कण दे विच जर्रे जर्रे विच वसदा आ ते फिर उस पत्थर दे विच भी वसदा है, पर मुकम्मल स्वरूप ओहदा निर्गुण स्वरूप है। उस नूं असीं सुरत दे विच चेते दे विच लिआईए। पत्थर साडी सुरत दे विच नहीं आवेगा, पत्थर दा असीं ध्यान नहीं धर सकदे, निर्गुण स्वरूप अकाल पुरख दा ध्यान धर सकदे हां। ते उस दी वडियाई इन्नी वड्डी आ संसार दे अंदर, जिन्हों पातशाह जी कहते वड्डे कियां वड्डियाइयां, किछ कहना कहन ना जाए, सो करता कादर करीम, दे जिया रिजक संभाए। वड्डे कियां वड्डियाइयां, ओदियां वड्डियाइयां किछ कहना कहन, कुछ कहा नहीं जा सकदा ओदी वड्डियाइयां दे बारे। ਇਹਦਾ ਕਾਰਨ ਕੀ ਹੈ? ਕਾਰਨ ਆਓ ਭਾਈ ਗੁਰਦਾਸ ਜੀ ਪਾਸੋਂ ਸਮਝੀਏ। ਪਹਿਲਾਂ ਆਪਾਂ ਵੱਡੀ ਵਡਿਆਈ ਦੀ ਵਿਚਾਰ ਕਰ ਲਈਏ, ਅੱਗੇ ਆਪਾਂ ਸਾਰੇ ਜਿਹੜੇ ਜਿਹੜੇ ਕਾਰਜਾਂ ਕਰਕੇ ਉਸ ਦੀ ਵਡਿਆਈ ਵੱਡੀ ਹੈ ਉਹਨਾਂ ਦੀ ਸੰਖੇਪ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰਾਂਗੇ। ਪਹਿਲਾਂ ਉਸ ਦੀ ਵੱਡੀ ਵਡਿਆਈ ਕਿਤਨੀ ਕੁ ਵੱਡੀ ਹੈ, ਹੁਣ ਉਸ ਦੀ ਵਡਿਆਈ ਨੂੰ ਆਪਾਂ ਸੁਰਤ ਦੇ ਨਾਲ ਸਮਝ ਨਹੀਂ ਸਕਦੇ। ਭਾਈ ਗੁਰਦਾਸ ਜੀ ਪਾਸੋਂ ਇਹਨਾਂ ਬਚਨਾਂ ਨੂੰ ਸਮਝਣ ਦਾ ਯਤਨ ਕਰੀਏ। ਭਾਈ ਗੁਰਦਾਸ ਜੀ ਕਹਿੰਦੇ चीटी के उदर बिखै हस्ती समाए, कैसे अतुल पहाड़ पार भृंगी ना उठावई। कवित सवैयां दे अंदर बचन दर्जे आ जी। कहंदे कीड़ी दे उदर दे विच गर्भ दे विच हाथी समा नहीं सकदा, हाथी कीड़ी दे उदर दे गर्भ दे विचों जन्म नहीं लै सकदा। बिल्कुल इतनी क निक्की जही कीड़ी है संसार दे विच, ते एडा वड्डा विशाल काया वाला हाथी उस दे गर्भ दे विचों जन्म नहीं लै सकदा। ते संसार दी अटल सच्चाई है। फिर की आखदे आ जी? कहंदे चीटी के उदर बिखै हस्ती समाए, कैसे अतुल पहाड़ भार भृंगी ना उठावई। पहाड़ दा अतुल भार, जिन्हों पहाड़ नूं तोलिया नहीं किसी ने, ਉਹਨੂੰ ਚੁੱਕ ਕੇ ਕਿਸੇ ਨੇ ਕੰਡੇ ਤੇ ਨਹੀਂ ਰੱਖਿਆ, ਭਾਵ ਉਹਨੂੰ ਤੋਲ ਲਈਏ, ਉਹਦਾ ਵਜਨ ਕਰ ਲਈਏ, ਉਹਦੇ ਟੁਕੜੇ ਨੂੰ ਕਿਸੇ ਪੱਥਰ ਨੂੰ ਤੋਲਿਆ ਜਾ ਸਕਦਾ ਹੈ। ਅਤੁੱਲ ਪਹਾੜ ਭਾਰ ਭ੍ਰਿੰਗੀ ਨਾ ਉਠਾਵੇ। ਭ੍ਰਿੰਗੀ ਜਿਹੜਾ ਜ਼ਮੀਨ ਤੇ ਰੇਂਗਣ ਵਾਲਾ ਕੀੜਾ ਹੈ, ਉਹ ਪਹਾੜ ਦੇ ਭਾਰ ਨੂੰ ਆਪਣੇ ਸਿਰ ਦੇ ਉੱਪਰ ਚੁੱਕ ਨਹੀਂ ਸਕਦਾ, ਝੱਲ ਨਹੀਂ ਸਕਦਾ। तमचर उडत ना पहुंचै आकाश बास, मूसा तो ना पैरत समुद्र पार पावई। अनेक उदाहरण दित्तियां भाई गुरदास जी ने कि भाई साडी सुरत इन्नी क छोटी आ ते ओदी वडियाई बड़ी वड्डी है, ਉਹ ਸਾਡੀ ਸੁਰਤ ਦੇ ਵਿੱਚ ਸਮਾ नहीं सकदी। ਅਸੀਂ एक जीभ दे नाल, एक सुरत दे नाल, एक दिमाग दे नाल ओदी वडियाई दी विचार नहीं कर सकदे, दस नहीं सकदे। तमचर कहते जी उल्लू, कहते तमचर उडत ना पहुंचे आकाश बास। उल्लू जेड़ा उड के वो सारे आकाश दा भ्रमण नहीं कर सकता, जाओ आकाश दी सब तो उच्ची तह दे उपर नहीं जा सकता, भाव वो ब्रह्मंड दे विच धरती तो बाहर नहीं जा सकता। तमचर उडत ना पहुंचे आकाश बास, मूसा तो ना पैरत समुद्र पार पावई। कहते चूहा जेड़ा हुण वो आखे भाई मैं तैर के समुद्र पार कर लवांगा, नहीं किया जा सकता। ये सारे कारज वो ने जेड़े कीते नहीं जा सकते, सृष्टि विच हो नहीं सकते।
फिर भाई गुरदास जी कहते मकरी नाम चीतै जीतै सर ना पुजावई। मकरी ਜਿਹੜੀ ਆ ਉਹਦਾ ਭਾਵੇਂ ਸਰੀਰ, ਉਹਦਾ ਭਾਵੇਂ ਲੱਕ ਚੀਤੇ ਨੂੰ ਜਿੱਤਣ ਵਾਲੇ ਚਿੱਤਰੇ ਦੇ ਲੱਕ ਵਰਗਾ ਪਤਲਾ ਬਰੀਕ ਹੁੰਦਾ ਆ, ਪਰ ਮਕਰੀ ਜਿਹੜੀ ਉਹ ਭੱਜ ਕੇ ਚਿੱਤਰੇ ਤੋਂ ਅੱਗੇ ਨਹੀਂ ਲੰਘ ਸਕਦੀ। ਇਸ ਕਰਕੇ ਇਹ ਸਾਰੀਆਂ ਉਦਾਹਰਨਾਂ ਦੇ ਕੇ ਭਾਈ ਗੁਰਦਾਸ ਜੀ ਕਹਿੰਦੇ ਤੈਸੇ ਪ੍ਰੇਮ ਨੇਮ ਅਗਮ ਅਗਾਧ ਬੋਧ, ਗੁਰਸਿੱਖ ਸਾਗਰ ਜਿਉ ਬੂੰਦ ਹੋਏ ਸਮਾਵਈ। ਕਹਿੰਦੇ ਇਸੇ ਤਰ੍ਹਾਂ ਅਕਾਲ ਪੁਰਖ ਦਾ ਸਰੂਪ ਜਿਹੜਾ, ਖੁਦਾ ਦਾ ਸਰੂਪ ਜਿਹੜਾ ਉਹ ਇੰਨਾ ਕੁ ਵਿਸ਼ਾਲ ਆ, ਇੱਕ ਸਮੁੰਦਰ ਦੇ ਵਾਂਗ, ਕਿ ਗੁਰਸਿੱਖ ਜਿਹੜਾ ਹੈ ਉਹ ਸਾਗਰ ਦੇ ਵਿੱਚ ਬੂੰਦ ਦੇ ਵਾਂਗ ਸਮਾ ਸਕਦਾ ਹੈ, ਪਰ ਇਹ ਨਹੀਂ ਕਹਿ ਸਕਦਾ ਕਿ ਮੈਂ ਇਸ ਸਾਗਰ ਦਾ ਅੰਤ ਪਾ ਲਿਆ, ਮੈਂ ਇਸ ਸਾਗਰ ਨੂੰ ਮਿਣ ਲਿਆ ਕਿੰਨਾ ਕੁ ਹੈ, ਮੈਂ ਇਸ ਸਾਗਰ ਦੀ ਗਹਿਰਾਈ ਨੂੰ, ਡੂੰਘਾਈ ਨੂੰ ਨਾਪ ਲਿਆ, ਮਾਪ ਲਿਆ ਹੈ ਕਿ ਕਿੰਨੀ ਕੁ ਡੂੰਘਾਈ ਹੈ। ਕੋਈ ਇਹ ਨਹੀਂ ਕਹਿ ਸਕਦਾ ਕਿ ਅੰਤ ਪਾ ਲਿਆ ਮੈਂ ਉਸ ਦੀ ਵਡਿਆਈ ਦਾ। ਗੁਰਦੇਵ ਜੀ ਕਹਿੰਦੇ ਨਾ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਹੀ। ਸੰਸਾਰ ਦੇ ਵਿੱਚ ਅਨੇਕਾਂ ਵਿਲਕ ਵਿਲਕ ਕੇ ਚਲੇ ਗਏ ਨੇ ਕਿ ਮੈਂ ਉਸ ਅਕਾਲ ਪੁਰਖ ਦਾ ਸਾਰਾ ਸਰੂਪ, ਮੁਕੰਮਲ ਸਰੂਪ ਵੇਖ ਲਵਾਂ, ਦਰਸ਼ਨ ਕਰ ਲਵਾਂ। ਕਾਦੇ ਵਾਸਤੇ ਜੀ? ਕਿ ਮੈਂ ਸੰਸਾਰ ਨੂੰ ਦੱਸ ਸਕਾਂ ਕਿ ਭਾਈ ਅਕਾਲ ਪੁਰਖ ਦੀ ਇੰਨੀ ਵਡਿਆਈ ਆ, ਤੇ ਮੈਂ ਸਾਰੀ ਵਡਿਆਈ ਮਾਪ ਲਈ, ਨਾਪ ਲਈ ਆ, ਤੇ ਮੈਨੂੰ ਪਤਾ ਲੱਗ ਗਿਆ ਕਿ ਅਕਾਲ ਪੁਰਖ ਦਾ ਸਰੂਪ ਏਡਾ ਵੱਡਾ ਆ। ਆਪਣਾ ਹੰਕਾਰ ਜਤਾਉਣ ਵਾਸਤੇ ਕਿ ਮੈਂ ਸਭ ਤੋਂ ਵੱਧ ਗਿਆਨੀ ਹੋ ਗਿਆ ਸੰਸਾਰ ਦੇ ਅੰਦਰ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਅਕਾਲ ਪੁਰਖ ਦਾ ਸਰੂਪ ਜਾਣ ਕੇ ਭੱਟ ਸਹਿਬਾਨ ਜਦੋਂ ਉਸਤਤ ਕਰਦੇ ਆ, ਪਹਿਲਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਕਰਦੇ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਭਾਵ ਆਪ ਅਕਾਲ ਪੁਰਖ ਨਾਰਾਇਣ ਜਿਹੜਾ ਉਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਰੂਪ ਧਾਰ ਕੇ ਸੰਸਾਰ ਤੇ ਆਏ। ਫਿਰ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜਦੋਂ ਸਵਈਏ ਆਉਂਦੇ, ਭੱਟਾਂ ਕੇ ਸਵਈਏ, ਉਹਨਾਂ ਸਵਈਆਂ ਦੇ ਵਿੱਚ ਬਚਨ ਆਉਂਦਾ ਹੈ, ਕਹਿੰਦੇ ਘਨ ਹਰ ਬੂੰਦ ਬਸੋ ਰੋਮਾਵਲ, ਕੁਸਮ ਬਸੰਤ ਗਨੰਤ ਨ ਆਵੈ। ਘਨ ਹਰ ਕਹਿੰਦੇ ਬੱਦਲ ਨੂੰ, ਕਹਿੰਦੇ ਘਨ ਹਰ ਬੂੰਦ, ਬੱਦਲਾਂ ਦੇ ਵਿੱਚ ਜਿੰਨੀਆਂ ਬੂੰਦਾਂ ਨੇ ਜਲਦੀਆਂ। ਬਸੋ ਰੋਮਾਵਲ, ਬਸੋ ਕਹਿੰਦੇ ਧਰਤੀ ਨੂੰ, ਰੋਮਾਵਲ ਕਹਿੰਦੇ ਕਤਾਰਾਂ ਲੱਗਣੀਆਂ, ਪੰਕਤੀਆਂ ਲੱਗਣੀਆਂ ਦਰਖਤਾਂ ਦੀਆਂ, ਭਾਵ ਜਿੰਨੀ ਵੀ ਬਨਸਪਤੀ, ਜਿੰਨੀ ਵੀ ਹਰਿਆਵਲ ਬਸੋ, ਬਸਦਾ ਦੇ ਉੱਪਰ, ਧਰਤੀ ਦੇ ਉੱਪਰ ਹੈ। ਘਨ ਹਰ ਬੂੰਦ ਬਸੋ ਰੋਮਾਵਲ, ਕੁਸਮ ਬਸੰਤ ਗਨੰਤ ਨ ਆਵੈ। ਬਸੰਤ ਦੇ ਵਿੱਚ ਜਿੰਨੇ ਬਹਾਰ ਦੇ ਵਿੱਚ ਡਾਲਾਂ ਤੇ ਪੱਤਿਆਂ ਤੇ ਫੁੱਲ ਉਗਦੇ ਆ, ਉਹ ਗਨੰਤ ਨਾ ਆਵੇ, ਗਿਣੇ ਨਹੀਂ ਜਾ ਸਕਦੇ। ਘਨ ਹਰ ਬੂੰਦ ਬਸੋ ਰੋਮਾਵਲ, ਕੁਸਮ ਬਸੰਤ ਗਨੰਤ ਨ ਆਵੈ। ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਫਿਰ ਰਵ ਤੇ ਸਸ ਦੀਆਂ ਕਿਰਨਾਂ, ਰਵ ਕਹਿੰਦੇ ਸੂਰਜ ਨੂੰ ਤੇ ਸਸ ਕਹਿੰਦੇ ਚੰਦਰਮਾ ਨੂੰ, ਕਹਿੰਦੇ ਇਹਨਾਂ ਦੀਆਂ ਜਦੋਂ ਕਿਰਨਾਂ ਸੰਸਾਰ ਤੇ ਪੈਂਦੀਆਂ ਤੇ ਇਹਨਾਂ ਦੀਆਂ ਕਿਰਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਉਹਨਾਂ ਨੂੰ ਮਾਪਿਆ ਨਹੀਂ ਜਾ ਸਕਦਾ। ਉਦਰ ਸਾਗਰ ਕੋ, ਕਹਿੰਦੇ ਸਾਗਰ ਦਾ ਜਿਹੜਾ ਗਰਭ, ਜਿਹੜਾ ਪੇਟ ਆ, ਜਿਹੜੀ ਗਹਿਰਾਈ ਆ, ਉਸ ਨੂੰ ਨਾਪਿਆ ਨਹੀਂ ਜਾ ਸਕਦਾ। ਗੰਗ ਤਰੰਗ ਅੰਤ ਕੋ ਪਾਵੈ। ਫਿਰ ਗੰਗਾ ਦੇ ਵਿੱਚ ਜਿੰਨੀਆਂ ਹਵਾ ਦੇ ਨਾਲ ਤਰੰਗਾਂ ਉਪਜਦੀਆਂ, ਕਹਿੰਦੇ ਉਹ ਤਰੰਗਾਂ ਨੂੰ ਗਿਣਿਆ ਨਹੀਂ ਜਾ ਸਕਦਾ। ਉਹ ਛਿਣ ਮਾਤਰ ਦੇ ਵਿੱਚ ਪੈਦਾ ਹੁੰਦੀਆਂ, ਛਿਣ ਮਾਤਰ ਦੇ ਵਿੱਚ ਖਤਮ ਹੋ ਜਾਂਦੀਆਂ, ਭਾਵ ਅਨੇਕਾਂ ਰੂਪ ਦਿਖਾ ਰਹੀਆਂ ਨੇ, ਉਹਨਾਂ ਨੂੰ ਗਿਣਿਆ ਨਹੀਂ ਜਾ ਸਕਦਾ। ਫਿਰ ਆਪ ਹੀ ਭੱਟ ਸਹਿਬਾਨ ਕਹਿੰਦੇ ਰੁਦਰ ਧਿਆਨ ਗਿਆਨ ਸਤਿਗੁਰ ਕੋ, ਕਹਿੰਦੇ ਜਾਂ ਤੇ ਰੁਦਰ ਕਹਿੰਦੇ ਸ਼ਿਵ ਦੇ ਧਿਆਨ ਦੇ ਲਾਉਣ ਦੇ ਨਾਲ, ਕਿਉਂਕਿ ਸ਼ਿਵ ਜਿਹੜਾ ਉਹ ਸਭ ਤੋਂ ਵੱਧ ਗਿਆਨੀ ਸੰਸਾਰ ਦੇ ਵਿੱਚ ਸਮਝਿਆ ਗਿਆ। ਅਧਿਆਤਮਿਕਤਾ ਦਾ ਗਿਆਨ ਜਿਹੜਾ ਉਹ ਸ਼ਿਵ ਦੇ ਕੋਲ ਸਭ ਤੋਂ ਵੱਧ ਮੰਨਿਆ ਗਿਆ। ਕਹਿੰਦੇ ਉਹਦਾ ਧਿਆਨ ਧਾਰ ਕੇ ਤੇ ਸ਼ਾਇਦ ਇਹ ਕਾਰਜ ਕਰਨ ਦੀਆਂ ਸ਼ਕਤੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਵਾ ਸੰਸਾਰ ਦੇ ਵਿੱਚ, ਕਿ ਕੋਈ ਬੱਦਲਾਂ ਦੇ ਵਿੱਚੋਂ ਬੂੰਦਾਂ ਗਿਣ ਲਵੇ,
ਕੋਈ ਸੰਸਾਰ ਤੇ ਪੈਦਾ ਹੋਣ ਵਾਲੀ ਰੋਮਾਵਲ ਭਾਵ ਹਰਿਆਵਲ ਗਿਣ ਲਵੇ, ਦਰਖਤ ਪੇੜ ਪੌਦੇ ਸਾਰੇ ਸੰਸਾਰ ਦੇ ਗਿਣ ਲਵੇ। ਕੋਈ ਬਸੰਤ ਦੇ ਵਿੱਚ ਪੈਦਾ ਹੋਣ ਵਾਲੇ ਫੁੱਲ ਗਿਣ ਲਵੇ, ਕੋਈ ਰਵ ਤੇ ਸੱਸ ਸੂਰਜ ਤੇ ਚੰਦਰਮਾ ਦੇ ਵਿੱਚੋਂ ਆਉਣ ਵਾਲੀਆਂ ਕਿਰਨਾਂ ਨੂੰ ਗਿਣਤੀ ਕਰ ਲਵੇ, ਕੋਈ ਜਿਹੜੀਆਂ ਗੰਗਾ ਦੇ ਵਿੱਚ ਪੈਦਾ ਹੋਣ ਵਾਲੀਆਂ ਤਰੰਗਾਂ ਨੂੰ ਗਿਣਤੀਆਂ ਕਰ ਲਵੇ। ਪਰ ਭੱਟ ਸਾਹਿਬ ਕਹਿੰਦੇ ਕਿ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਾਣੇ। ਕਿ ਭੱਲੇ ਅਮਰਦਾਸ, ਭੱਲੇ ਕੁਲ ਦੇ ਵਿੱਚ ਪੈਦਾ ਹੋਣ ਵਾਲੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਓ, ਜਿਹੜਾ ਤੁਹਾਡੇ ਵਿੱਚ ਅਕਾਲ ਪੁਰਖ ਦਾ ਸਰੂਪ ਵਸਦਾ ਆ ਨਾ, ਉਹਦੇ ਕਰਕੇ ਤੁਹਾਡੀ ਵਡਿਆਈ ਇੰਨੀ ਹੋ ਗਈ ਆ ਸੰਸਾਰ ਦੇ ਅੰਦਰ। ਕਿਉਂਕਿ ਅਮਰਦਾਸ ਪਹਿਲਾਂ ਵੀ ਉਹੋ ਹੀ ਆ, ਪਰ ਉਹਦੇ ਵਿੱਚ ਜੋਤ ਵਸ ਗਈ। ਗੁਰੂ ਅਮਰਦਾਸ ਪਾਤਸ਼ਾਹ ਸਤਿਕਾਰਯੋਗ ਬਣ ਗਏ, ਪੂਜਣਯੋਗ ਬਣ ਗਏ, ਗੁਰੂ ਸਰੂਪ ਬਣ ਗਏ ਸੰਸਾਰ ਦੇ ਵਿੱਚ, ਕਿਉਂਕਿ ਅਕਾਲ ਪੁਰਖ ਦੀ ਵਡਿਆਈ ਦਾ ਸਰੂਪ ਪੈਦਾ ਹੋ ਗਿਆ। ਇਸੇ ਨੂੰ ਗੁਰਦੇਵ ਜੀ ਕਹਿੰਦੇ ਆ, ਵੱਡੀ ਵਡਿਆਈ ਜਾਂ ਵੱਡਾ ਨਾਮ। ਹੁਣ ਉਹਦੀ ਵੱਡੀ ਵਡਿਆਈ ਹੈ, ਤੇ ਵੱਡੀ ਵਡਿਆਈ ਦੀ ਆਪਾਂ ਵਿਚਾਰ ਕਰ ਲਈ। ਕਾਰਨ ਕੀ ਨੇ ਅੱਗੇ, ਕਿਉਂ ਵੱਡੀ ਵਡਿਆਈ ਹੈ? ਤਾਂ ਪਾਤਸ਼ਾਹ ਜੀ ਕਹਿੰਦੇ ਵੱਡਾ ਨਾਮ, ਉਹਦਾ ਨਾਮਣਾ ਬੜਾ ਵੱਡਾ ਸੰਸਾਰ ਦੇ ਵਿੱਚ। ਤੇ ਵੱਡਾ ਨਾਂ ਹੁੰਦਾ ਵੱਡੇ ਕਾਰਜਾਂ ਕਰਕੇ। ਪਰ ਸੰਸਾਰ ਦੇ ਵਿੱਚ ਆਪਾਂ ਕੋਈ ਪੁਰਖ ਐਸਾ ਹੋ ਸਕਦਾ ਆ, ਭਾਵੇਂ ਤੇ ਅਣਗਿਣਤ ਨੇ, ਜਿਨ੍ਹਾਂ ਦਾ ਕੇਵਲ ਨਾਂ ਹੀ ਵੱਡਾ ਆ, ਕੰਮ ਉਹਨਾਂ ਦੇ ਵੱਡੇ ਨਹੀਂ। ਭਾਵ ਮੁਖ ਤੇ ਹੋਰ ਨੇ ਤੇ ਪਿੱਠ ਪਿੱਛੇ ਹੋਰ ਨੇ, ਅੰਦਰ ਕੁਝ ਹੋਰ ਨੇ ਤੇ ਬਾਹਰ ਕੁਝ ਹੋਰ ਨੇ, ਉਹਨਾਂ ਦਾ ਨਾਂ ਹੀ ਵੱਡਾ ਆ। ਪਰ ਅਕਾਲ ਪੁਰਖ ਦਾ ਨਾਮ ਉਸਦੇ ਕੰਮਾਂ ਕਰਕੇ ਨਾਮਣਾ ਸੰਸਾਰ ਦੇ ਵਿੱਚ ਬਹੁਤ ਵੱਡਾ, ਭਾਵ ਦਾ ਸ਼ਕਤੀ ਦਾ ਸਰੂਪ ਜਿਹੜਾ ਨਾਮ ਹੈ ਉਹ ਬਹੁਤ ਵੱਡੇ ਮੁਕੰਮਲ ਸਰੂਪ ਦੇ ਵਿੱਚ ਹੈ। ਵੱਡੀ ਵਡਿਆਈ ਜਾਂ ਸੱਚ ਨਿਆਉ, ਉਹਦਾ ਨਿਆਂ ਸੱਚਾ ਹੈ। ਉੱਥੇ ਧੋਖਾ ਨਹੀਂ ਹੁੰਦਾ, ਉੱਥੇ ਰਿਸ਼ਵਤ ਨਹੀਂ ਚੱਲਦੀ, ਉੱਥੇ ਗਰੀਬ ਮਾਰ ਨਹੀਂ ਕੀਤੀ ਜਾਂਦੀ, ਉੱਥੇ ਝੂਠ ਦੇ ਤੌਰ ਤੇ ਨਿਆਂ ਨਹੀਂ ਦਿੱਤਾ ਜਾਂਦਾ। ਨਿਆਂ ਜਿਹੜਾ ਉਹ ਸੱਚ ਦਾ ਦਿੱਤਾ ਜਾਂਦਾ, ਸੱਚ ਨਿਆਉ, ਸੱਚਾ ਨਿਆਂ ਹੈ ਉਸਦਾ। ਵੱਡੀ ਵਡਿਆਈ ਜਾਂ ਨਹੀਂ ਚੱਲ ਥਾਉ। ਫਿਰ ਸੰਸਾਰ ਦੇ ਜਿਹੜੇ ਰਾਜੇ ਨੇ ਉਹ ਅੱਜ ਕਿਸੇ ਗੱਦੀ ਤੇ ਬੈਠੇ ਆ ਤੇ ਕੱਲ ਉਸ ਗੱਦੀ ਤੇ ਨਹੀਂ ਹੋਣਗੇ, ਜਾਂ ਹੋ ਸਕਦਾ ਜਿਹੜਾ ਅੱਜ ਕਿਸੇ ਗੱਦੀ ਤੇ ਨੇਤਾ ਬਣ ਕੇ ਬੈਠਾ ਉਹ ਕੱਲ ਦੇ ਜੀਵਨ ਦੇ ਵਿੱਚ ਆਉਣ ਵਾਲੇ ਸਮੇਂ ਦੇ ਅੰਦਰ ਉਹ ਨੇਤਾ ਨਾ ਹੋਵੇ, ਕੁਝ ਹੋਰ ਹੋਵੇ। ਭਾਵ ਆਪਣੇ ਆਸਣ ਤੋਂ ਡਿੱਗ ਗਿਆ, ਥੱਲੇ ਆ ਗਿਆ, ਉਹਦੀ ਪੋਸਟ ਛੋਟੀ ਕਰ ਦਿੱਤੀ, ਉਹਦਾ ਡਿਮੋਸ਼ਨ ਹੋ ਗਿਆ। ਪਰ ਇਸ ਤਰ੍ਹਾਂ ਅਕਾਲ ਪੁਰਖ ਦੇ ਨਾਲ ਇਹ ਘਟਨਾ ਨਹੀਂ ਵਾਪਰਦੀ। ਕਹਿੰਦੇ ਵੱਡੀ ਵਡਿਆਈ ਜਾਂ ਨਿਹਚਲ ਥਾਉ, ਉਹ ਜਿਹੜੇ ਥਾਨ ਤੇ ਜਿਹੜੇ ਆਸਣ ਤੇ ਸਭਾਈਮਾਨ ਹੈ ਉਸ ਆਸਣ ਤੇ ਹੀ ਸਦਾ ਸਭਾਈਮਾਨ ਰਹੇਗਾ। ਬਾਣੀ ਵਿੱਚ ਪਾਤਸ਼ਾਹ ਜੀ ਬਚਨ ਕਰਦੇ ਆ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਵੱਡਾ ਸਾਹਿਬ ਉੱਚਾ ਥਾਉ, ਇੱਥੇ ਨਾਮ ਦੀ ਗੱਲ ਪਹਿਲਾਂ ਆਈ, ਵੱਡੀ ਵਡਿਆਈ ਜਾਂ ਵੱਡਾ ਨਾਉ। ਉੱਥੇ ਪਾਤਸ਼ਾਹ ਜੀ ਕਹਿੰਦੇ ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਉੱਚੇ ਤੋਂ ਵੀ ਉੱਚਾ ਉਹਦਾ ਨਾਮ ਹੈ। ਜੇ ਉਹਦੀ ਨਾਮ ਦੀ ਬਖਸ਼ਿਸ਼ ਦੇ ਨਾਲ ਜੁੜ ਜਾਈਏ ਤੇ ਅਸੀਂ ਵੀ ਵੱਡੇ ਹੋ ਜਾਵਾਂਗੇ ਸੰਸਾਰ ਦੇ ਵਿੱਚ। ਇੰਨੀ ਵੱਡੀ ਵਡਿਆਈ ਹੋ ਜਾਵੇਗੀ ਜਿਵੇਂ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ। ਕਿਉਂਕਿ ਨਾਮ ਦੀ ਬਖਸ਼ਿਸ਼ ਵਰਤ ਗਈ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ। ਇਹ ਵੱਡੀ ਵਡਿਆਈ ਹਾਸਲ, ਵੱਡੀ ਵਡਿਆਈ ਪ੍ਰਾਪਤ ਹੋ ਗਈ। ਵੱਡੀ ਵਡਿਆਈ ਜਾਣੈ ਆਲਾਓ। ਫਿਰ ਉਸ ਦੀ ਵੱਡੀ ਵਡਿਆਈ ਹੈ ਕਿ ਕੱਲਾ ਉਹੋ ਹੀ ਆ ਸੰਸਾਰ ਦੇ ਵਿੱਚ ਜਿਹੜਾ ਸਾਰਿਆਂ ਦੀਆਂ ਅਰਦਾਸਾਂ ਕਰਨ ਤੋਂ ਪਹਿਲਾਂ ਸੁਣ ਲੈਂਦਾ। ਗੁਰਦੇਵ ਜੀ ਕਹਿੰਦੇ ਅਰਦਾਸ ਕਰਦਿਆਂ ਬਹੁਤੀਆਂ ਗੱਲਾਂ ਨਾ ਕਰਿਆ ਕਰੋ। ਭਾਵ ਆਪਣੀ ਗੱਲ ਨੂੰ ਸਮਝਾਉਣ ਵਾਸਤੇ ਗੁਰੂ ਅੱਗੇ ਬਹੁਤੇ ਤਰੀਕੇ ਨਾ ਵਰਤਿਆ ਕਰੋ। ਪਾਤਸ਼ਾਹ ਜੀ ਵਚਨ ਕਰਦੇ, ਬਹੁਤਾ ਬੋਲਣ ਝਖਣ ਹੋਏ, ਵਿਣ ਬੋਲੇ ਜਾਣੈ ਸਭ ਸੋਏ। ਕਹਿੰਦੇ ਭਾਈ ਬਹੁਤਾ ਨਾ ਬੋਲਿਆ ਕਰੋ ਜਾ ਕੇ ਗੁਰੂ ਦੇ ਅੱਗੇ ਕਿ ਆ ਵੀ ਮੈਨੂੰ ਚਾਹੀਦਾ, ਆ ਵੀ ਮੈਨੂੰ ਚਾਹੀਦਾ। ਫਿਰ ਹੋਰ ਤਰ੍ਹਾਂ ਅਸੀਂ ਗਿਆਨ ਦੀਆਂ ਗੱਲਾਂ ਗੁਰੂ ਨੂੰ ਸਮਝਾਉਣ ਦਾ ਯਤਨ ਕਰਦੇ ਹਾਂ। ਇੱਕ ਵਿਚਾਰ ਜਿਵੇਂ ਆਪਾਂ ਨਾ ਕਿਸੇ ਗੁਰਮੁਖ ਦੀ ਲਿਖੀ ਮੈਨੂੰ ਵਿਚਾਰ ਚੇਤੇ ਆਉਂਦੀ ਆ ਕਿ ਕਈ ਵਾਰੀ ਨਾ ਆਪਾਂ ਗੁਰੂ ਨੂੰ ਸਮਝਾਉਣ ਦਾ ਯਤਨ ਕਰਦੇ ਹਾਂ ਕਿ ਜਿਵੇਂ ਗੁਰੂ ਨੂੰ ਪਤਾ ਨਾ ਹੋਵੇ। ਅਸੀਂ ਆਖਦੇ ਹਾਂ ਕਿ ਭਾਈ ਜਿਵੇਂ ਕਿਸੇ ਨੇ ਅਰਦਾਸ ਕਰਵਾਈ
कि ਅਜੀਤ ਸਿੰਘ ਬੱਚੇ ਨੂੰ ਵਿਦਿਆ ਦਾ ਦਾਨ ਬਖਸ਼ਣਾ, ਪ੍ਰੀਖਿਆ ਦੇ ਵਿੱਚ ਚੰਗੇ ਨੰਬਰਾਂ ਦੇ ਚੰਗੇ ਅੰਕਾਂ ਦੇ ਨਾਲ ਪਾਸ ਕਰਾਉਣਾ ਗੁਰਦੇਵ ਜੀ। ਹੁਣ ਅਰਦਾਸ ਕਰ ਰਹੇ ਨੇ ਭਾਈ ਸਾਹਿਬ ਗ੍ਰੰਥੀ ਸਿੰਘ, ਉਹਨਾਂ ਦੇ ਪਿੱਛੇ ਸਾਰੀ ਸੰਗਤ ਖੜੀ ਆ ਤੇ ਦੋ ਅਜੀਤ ਸਿੰਘ ਖੜੇ ਨੇ ਤੇ ਦੋਵੇਂ ਮਿੱਤਰ ਨੇ, ਦੋਵੇਂ ਇੱਕੋ ਜਮਾਤ ਵਿੱਚ ਪੜ੍ਹਦੇ ਨੇ ਤੇ ਦੋਵੇਂ ਸਾਥੀ ਨੇ, ਦੋਵੇਂ ਇਕੱਠੇ ਪੇਪਰ ਕਰਦੇ, ਜਿਵੇਂ ਇੱਕ ਅੱਗੇ ਬੈਠਾ ਇੱਕ ਪਿੱਛੇ ਬੈਠਾ। ਦੋਵਾਂ ਦਾ ਜਿਹੜਾ ਅੰਕ ਹੈ ਉਹ ਕਲਾਸ ਦੇ ਵਿੱਚ ਇਸ ਤਰ੍ਹਾਂ ਆਉਂਦਾ, ਪੇਪਰ ਕਰਦੇ। ਹੁਣ ਉਹਦਾ ਇੱਕ ਦਾ ਪਿਤਾ ਜਿਹਨੇ ਅਰਦਾਸ ਕਰਵਾਈ ਆ ਉਹ ਜਾ ਕੇ ਆਖਦਾ ਗ੍ਰੰਥੀ ਸਿੰਘ ਨੂੰ ਕਿ ਭਾਈ ਸਾਹਿਬ ਜੀ ਇਸ ਤਰ੍ਹਾਂ ਆਖੋ ਕਿ ਅਜੀਤ ਸਿੰਘ ਸਪੁੱਤਰ ਸਰਦਾਰ ਨਿਰੰਜਨ ਸਿੰਘ ਦੇ ਮੁੰਡੇ ਨੂੰ ਵਧੀਆ ਨੰਬਰ ਆਉਣ, ਕਿਤੇ ਗੁਰੂ ਸਾਹਿਬ ਭੁੱਲ ਦੇ ਨਾਲ ਦੂਜੇ ਨੂੰ ਵਧੀਆ ਨੰਬਰ ਨਾ ਦੇ ਦੇ। ਭਾਵ ਅਸੀਂ ਸਮਝਾਉਣਾ ਚਾਹੁੰਦੇ ਆ ਗੁਰੂ ਨੂੰ ਕਿ ਗੁਰੂ ਕਿਤੇ ਭੁੱਲ ਨਾ ਜਾਵੇ। ਪਾਤਸ਼ਾਹ ਜੀ ਤੇ ਕਹਿੰਦੇ ਭੁੱਲਣੇ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਇਸ ਲਈ ਗੁਰਦੇਵ ਜੀ ਕਹਿੰਦੇ ਵੱਡੀ ਵਡਿਆਈ ਜਾਣੈ ਆਲਾਓ, ਭਾਵ ਉਹ ਸਾਰਿਆਂ ਦੇ ਦਿਲਾਂ ਦੀਆਂ ਅਰਦਾਸਾਂ ਕਰਨ ਤੋਂ ਪਹਿਲਾਂ ਹੀ ਜਾਣਦਾ ਹੈ। ਗੁਰਦੇਵ ਜੀ ਬਚਨ ਕਰਦੇ, ਬਖਸ਼ਿਸ਼ ਕਰਦੇ ਆ ਬਾਣੀ ਦੇ ਅੰਦਰ, ਵਿਣ ਬੋਲਿਆ ਸਭ ਕਿਛ ਜਾਣਦਾ, ਕਿਸ ਆਗੇ ਕੀਚੈ ਅਰਦਾਸ। ਕਿ ਭਾਈ ਬਿਨਾ ਬੋਲਿਆ ਅਕਾਲ ਪੁਰਖ ਸਾਰਾ ਕੁਝ ਜਾਣਦਾ ਹੈ ਤੇ ਹੋਰ ਕਿਹਦੇ ਅੱਗੇ ਅਰਦਾਸ ਕਰੋਗੇ, ਉਸੇ ਅੱਗੇ ਅਰਦਾਸ ਕਰਿਆ ਕਰੋ। ਇਸ ਵੱਡੀ ਵਡਿਆਈ ਜਾਣੈ ਆਲਾਓ, ਭਾਵ ਉਹ ਸਾਰਿਆਂ ਦੇ ਦਿਲਾਂ ਦੇ ਆਲਾਓ ਬਚਨ, ਅਰਦਾਸਾਂ, ਬੇਨਤੀਆਂ ਜਾਣਦਾ ਹੈ। ਵੱਡੀ ਵਡਿਆਈ ਬੁੱਝੈ ਸਭ ਭਾਓ। ਫਿਰ ਪਾਤਸ਼ਾਹ ਜੀ ਕਹਿੰਦੇ ਉਹਦੀ ਵਡਿਆਈ ਵੱਡੀ ਹੈ ਕਿਉਂਕਿ ਬੁੱਝੈ ਸਭ ਭਾਓ। ਭਾਓ ਕਹਿੰਦੇ ਜੀ ਪ੍ਰੇਮ ਨੂੰ। ਹੁਣ ਇਸ ਤਰ੍ਹਾਂ ਨਹੀਂ ਕਿ ਅਸੀਂ ਸੰਸਾਰ ਦੇ ਕਿਸੇ ਬੰਦੇ ਨੂੰ ਆਪਣਾ ਪਿਆਰ ਵਿਖਾਈਏ ਝੂਠਾ ਤੇ ਅੰਦਰੋਂ ਉਹਦੇ ਹਿਮਾਇਤੀ ਨਾ ਹੋਈਏ, ਅੰਦਰੋਂ ਅਸੀਂ ਉਹਨੂੰ ਮਾਰਨ ਦੀਆਂ, ਉਹਨੂੰ ਡੇਗਣ ਦੀਆਂ ਚਾਲਾਂ ਚੱਲਦੇ ਹੋਈਏ। ਤੇ ਇਸ ਤਰ੍ਹਾਂ ਇਹ ਵਡਿਆਈ ਨਹੀਂ। ਕਹਿੰਦੇ ਉਸ ਅਕਾਲ ਪੁਰਖ ਦੀ ਵਡਿਆਈ ਤਾਂ ਵੱਡੀ ਹੈ ਕਿਉਂਕਿ ਸੰਸਾਰ ਦੇ ਵਿੱਚ ਇੱਕੋ ਅਕਾਲ ਪੁਰਖ ਹੀ ਐਸਾ ਜਿਹੜਾ ਬੁੱਝੈ ਸਭ ਭਾਊ, ਜਿਹੜਾ ਅੰਦਰ ਦੀਆਂ ਜਾਣਦਾ। ਜੇ ਆਪਾਂ ਬਾਹਰੋਂ ਬਾਣੀ ਪੜ੍ਹ ਲਈਏ, ਨਾਮ ਜਪ ਲਈਏ ਤੇ ਅੰਦਰ ਅਸੀਂ ਸਾਡੇ ਸੱਚ ਨਾ ਹੋਵੇ, ਅੰਦਰ ਕੁਝ ਹੋਰ ਚੱਲਦਾ, ਅੰਦਰ ਸਾਡੇ ਜਿਹਨੂੰ ਗੁਰਦੇਵ ਜੀ ਕਹਿੰਦੇ ਆ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿਨ ਨੇਹ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਇਹ ਸੱਚਿਆਂ ਦੀ ਗੱਲ ਆ, ਜਿਨ ਪਟ ਅੰਦਰ, ਜਿਨ੍ਹਾਂ ਦੇ ਅੰਦਰ ਰੇਸ਼ਮ ਆ, ਜਿਹੜੇ ਅੰਦਰੋਂ ਅਕਾਲ ਪੁਰਖ ਦੇ ਨਾਲ ਜੁੜੇ ਤੇ ਬਾਹਰੋਂ ਭਾਵੇਂ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਪਾਣ। ਬਾਹਰੋਂ ਭਾਵੇਂ ਭੁੱਲ ਚੁੱਕ ਦੇ ਨਾਲ ਕੋਈ ਗੱਲ ਵੀ ਕਰਦੇ ਤੇ ਸਤਿਗੁਰੂ ਜੀ ਕਹਿੰਦੇ ਭੀ ਖਰੇ ਹਰ ਭਾਣੇ, ਤਾਂ ਵੀ ਉਹ ਖਰੇ ਨੇ, ਤਾਂ ਵੀ ਉਹ ਚੰਗੇ ਨੇ ਅਕਾਲ ਪੁਰਖ ਦੀ ਦਰਗਾਹ ਦੇ ਅੰਦਰ। ਤਾਂ ਵੀ ਗੁਰੂ ਜਾਣਦਾ ਹੈ, ਅਕਾਲ ਪੁਰਖ ਜਾਣਦਾ ਹੈ ਉਹਨਾਂ ਦੇ ਅੰਦਰ ਦਾ ਪਿਆਰ, ਉਹਨਾਂ ਦੇ ਅੰਦਰ ਦਾ ਪ੍ਰੇਮ। ਹੁਣ ਸੰਸਾਰਕ ਤੌਰ ਤੇ ਆਪਾਂ ਵੇਖੀਏ ਗੁਰਮੁਖੋ, ਜੇ ਆਪਾਂ ਕਿਸੇ ਦੇ ਪਿਆਰ ਦੇ ਵਿੱਚ ਉਹਦੀ ਭਲੀ ਵਾਸਤੇ ਕੋਈ ਕਾਰਜ ਕਰਦੇ ਹਾਂ, ਜਿਵੇਂ ਮਾਪਿਓ ਜਿਹੜੇ ਆ ਉਹ ਬੱਚੇ ਨੂੰ ਸਮਝਾਉਣ ਵਾਸਤੇ ਉਹਨੂੰ ਡਾਂਟਦੇ ਵੀ ਆ, ਉਹਨੂੰ ਮਾਰਦੇ ਵੀ ਆ, ਉਹਨੂੰ ਅਨੇਕਾਂ ਤਰ੍ਹਾਂ ਦੇ ਕਾਰਜ ਕਰਦੇ। ਹੁਣ ਬੱਚਾ ਮਨ ਦੇ ਵਿੱਚ ਇਹ ਸੋਚਦਾ ਕਿ ਮੇਰਾ ਮਾਂ, ਮੇਰਾ ਪਿਓ ਮੈਨੂੰ ਪਿਆਰ ਨਹੀਂ ਕਰਦਾ, ਕਿਉਂਕਿ ਬਾਹਰੋਂ ਜਿਹੜਾ ਕਾਰਜ ਉਹ ਦਿਖਾਵਾ ਮਾਤਰ ਜਿਹੜਾ ਸਾਨੂੰ ਦਿਖ ਰਿਹਾ, ਜਿਹੜਾ ਬੱਚੇ ਨੂੰ ਦਿਖ ਰਿਹਾ, ਉਹ ਇਹ ਹੋ ਰਿਹਾ ਕਿ ਬਾਪ ਨੇ, ਮਾਂ ਨੇ ਮੇਰੇ ਮੂੰਹ ਤੇ ਚਪੇੜ ਮਾਰੀ ਆ। ਪਰ ਅੰਦਰ ਦਾ ਪਿਆਰ ਉਹ ਜਾਣਦਾ ਨਹੀਂ ਕਿ ਅੰਦਰ ਇਸ ਕਰਕੇ ਪਿਆਰ ਦੀ ਗੱਲ ਵਰਤ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੰਸਾਰ ਤੇਰੇ ਮੂੰਹ ਤੇ ਚਪੇੜਾ ਨਾ ਮਾਰੇ, ਇਸ ਕਰਕੇ ਮਾਂ ਪਿਓ ਦੀ ਖਾਧੀ ਚਪੇੜ ਚੰਗੀ ਹੈ। ਉਸਤਾਦ ਦਾ ਚੰਡਿਆ ਕਹਿੰਦੇ ਨੇ ਨਾ, ਸੰਸਾਰ ਦੇ ਵਿੱਚ ਮਾਰ ਨਹੀਂ ਖਾਂ, ਕਿਉਂਕਿ ਉਸਤਾਦ ਨੇ ਉਸ ਪਿਆਰ ਦੇ ਵਿੱਚ ਆ ਕੇ ਚਪੇੜ ਮਾਰਨੀ ਹੈ ਜਾਂ ਚੰਡਣਾ ਹੈ। ਤੇ ਗੁਰੂ ਸਾਹਿਬ ਕਹਿੰਦੇ ਕਿ ਵੱਡੀ ਵਡਿਆਈ ਬੁੱਝੈ ਸਭ ਭਾਉ, ਭਾਵ ਜੇ ਕੋਈ ਆ ਕੇ ਕਿਸੇ ਤਰ੍ਹਾਂ ਦਾ ਵਿਹਾਰ ਵੀ ਕਰਦਾ ਗੁਰੂ ਦੇ ਨਾਲ ਤੇ ਉਹਦੇ ਅੰਦਰ ਦਾ ਪ੍ਰੇਮ ਜਾਣਦਾ ਆ। ਹੁਣ ਸੰਸਾਰ ਦੇ ਭਾਣੇ ਉਹ ਗੁਰਮੁਖੋ ਪਿਆਰਾ ਗਲਤ ਬੋਲ ਰਿਹਾ ਹੋਵੇਗਾ ਜਾਂ ਉਹ ਲੜਾਈ ਝਗੜਿਆਂ ਦੇ ਵਿੱਚ ਪੈਂਦਾ ਹੋਵੇਗਾ, ਪਰ ਗੁਰੂ ਜਾਣਦਾ ਕਿਸ ਦੇ ਅੰਦਰ ਕਿੰਨਾ ਕੁ ਪਿਆਰ ਵਰਤ ਰਿਹਾ, ਆਪਣੇ ਵਾਸਤੇ ਅਕਾਲ ਪੁਰਖ ਵਾਸਤੇ ਕਿੰਨਾ ਕੁ ਪਿਆਰ ਵਰਤ ਰਿਹਾ। ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਉਸ ਦੀ ਵਡਿਆਈ ਵੱਡੀ ਆ, ਉਹ ਪੁੱਛ ਕੇ ਦਾਤ ਨਹੀਂ ਦਿੰਦਾ।
ਭਾਵ ਇੱਕ ਉਹਨੇ ਕਿਸੇ ਨੂੰ ਦਾਤ ਦੇਣੀ ਆ ਤੇ ਉਹ ਦੂਜੇ ਨੂੰ, ਤੀਜੇ ਨੂੰ, ਚੌਥੇ, ਪੰਜਵੇਂ ਨੂੰ ਪੁੱਛ ਕੇ ਨਹੀਂ ਦਿੰਦਾ ਕਿ ਭਾਈ ਇਹਨੂੰ ਆਹ ਚੀਜ਼ ਦੇ ਦਈਏ। ਜੇ ਕੋਈ ਰਾਜਾ ਹੋਵੇ ਸੰਸਾਰ ਦੇ ਵਿੱਚ ਤੇ ਉਹ ਆਪਣੇ ਵਜ਼ੀਰਾਂ ਦੇ ਨਾਲ, ਆਪਣੇ ਦਰਬਾਰੀਆਂ ਦੇ ਨਾਲ ਸਲਾਹ ਕਰਦਾ ਕਿ ਭਾਈ ਪ੍ਰਜਾ ਨੇ ਮੇਰੇ ਕੋਲ ਆਹ ਮੰਗ ਕੀਤੀ ਆ ਪ੍ਰਜਾ ਨੂੰ ਚੀਜ਼ ਦੇ ਦੇਣੀ, ਵਸਤ ਦੇ ਦੇਣੀ ਚਾਹੀਦੀ, ਆਪਣੇ ਰਾਜ ਦਾ ਭਲਾ ਹੋਵੇਗਾ ਕਿ ਆਪਣੇ ਰਾਜ ਦੀ ਤਰੁੱਟੀ, ਨੁਕਸਾਨ ਹੋਵੇਗਾ ਕੋਈ। ਤੇ ਗੁਰਦੇਵ ਜੀ ਕਹਿੰਦੇ ਵੱਡੀ ਵਡਿਆਈ ਜਾਂ ਪੁੱਛ ਨਾ ਦਾਤ। ਉਹ ਪੁੱਛ ਕੇ ਦਾਤ ਨਹੀਂ ਦਿੰਦਾ, ਉਸ ਨੂੰ ਪਤਾ ਹੈ ਸੰਸਾਰ ਦੇ ਵਿੱਚ ਭਲਾ ਕੀ ਹੈ ਤੇ ਸੰਸਾਰ ਦੇ ਵਿੱਚ ਮਾੜਾ ਕੀ ਵਰਤੂਗਾ ਜੇ ਮੈਂ ਆਹ ਦਾਤ ਕਿਸੇ ਨੂੰ ਦੇ ਦਿੱਤੀ। ਤੇ ਦੂਜੀ ਗੱਲ, ਆਪਾਂ ਦੂਜਾ ਪਾਸਾ ਵੀ ਵੇਖੀਏ ਕਿ ਉਹ ਖੋਂਦਾ ਵੀ ਕਿਸੇ ਤੋਂ ਪੁੱਛ ਕੇ ਨਹੀਂ, ਫਿਰ ਜਿਸ ਕੀ ਵਸਤ ਸੋਈ ਲੈ ਜਾਏਗਾ। ਜਿਹਦੀ ਵਸਤੂ ਹੈ ਉਹ ਆਪੇ ਹੀ ਖੋ ਕੇ ਵਾਪਸ ਲੈ ਜਾਂਦਾ ਹੈ। ਤੇ ਗੁਰਦੇਵ ਜੀ ਆਖਦੇ ਭਾਈ ਜੀਵਨ ਦੇ ਵਿੱਚ ਸ਼ੁਕਰਾਨਾ ਕਰਿਆ ਕਰੋ। ਜਦੋਂ ਕੁਝ ਮਿਲ ਗਿਆ ਉਦੋਂ ਵੀ ਸ਼ੁਕਰਾਨਾ ਕਰਿਆ ਕਰੋ, ਤੇ ਜਦੋਂ ਕੁਝ ਚਲਾ ਗਿਆ ਜੀਵਨ ਦੇ ਵਿੱਚੋਂ ਉਦੋਂ ਵੀ ਸ਼ੁਕਰਾਨਾ ਕਰਿਆ ਕਰੋ ਕਿ ਹੇ ਸੱਚੇ ਪਾਤਸ਼ਾਹ, ਆ ਤੂੰ ਬਖਸ਼ਿਆ ਸੀ ਤੇ ਤੂੰ ਆਪ ਹੀ ਵਾਪਸ ਲੈ ਲਿਆ, ਮੇਰਾ ਤਾਂ ਮੇਰੇ ਵਿੱਚ ਕੁਝ ਸੀ ਨਹੀਂ। ਖੈਰ ਵੱਖਰਾ ਵਿਸ਼ਾ ਹੈ। ਪਾਤਸ਼ਾਹ ਜੀ ਬਚਨ ਕਰਦੇ ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ। ਸੰਸਾਰ ਤੇ ਕੇਵਲ ਆਪੇ ਆਪ ਵਰਤ ਰਿਹਾ, ਦੂਜਾ ਨਾ ਹੀ ਅਵਰ ਕੋ ਨਾਨਕ ਬੇਪਰਵਾਹ। ਉਹ ਅਕਾਲ ਪੁਰਖ ਬੇਪਰਵਾਹ ਹੀ ਸਾਰੇ ਸੰਸਾਰ ਦੇ ਵਿੱਚ ਵਰਤ ਰਿਹਾ, ਦੂਜਾ ਸੰਸਾਰ ਦੇ ਵਿੱਚ ਹੈ ਹੀ ਕੋਈ ਨਹੀਂ। ਜੇ ਜੀਵ ਨੂੰ ਇਹੋ ਸੋਝੀ ਪ੍ਰਾਪਤ ਹੋ ਜਾਵੇ ਨਾ ਜੀ, ਪਿਛਲੇ ਸ਼ਲੋਕ ਦੇ ਵਿੱਚ ਇਹੋ ਵਿਚਾਰ ਗੁਰਦੇਵ ਜੀ ਨੇ ਦਿੱਤੀ ਸਾਨੂੰ ਕਿ ਭਾਈ ਉਹ ਅਕਾਲ ਪੁਰਖ ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਭਾਵ ਉਹਦਾ ਸਾਰਾ ਪਸਾਰਾ ਸੱਚ ਦੇ ਰੂਪ ਚ ਪਸਰ ਰਿਹਾ। ਕਾਰਨ ਕੀ ਹੈ? ਕਿਉਂਕਿ ਉਹਦੇ ਵਿੱਚ ਸੱਚ ਆਪ ਵਰਤ ਰਿਹਾ, ਉਹਦੇ ਵਿੱਚ ਅਕਾਲ ਪੁਰਖ ਆਪ ਵਰਤ ਰਿਹਾ। ਉਹ ਵਸਤਾਂ ਝੂਠੀਆਂ ਹੋ ਸਕਦੀਆਂ ਨੇ, ਜਿਵੇਂ ਆਪ ਜੀ ਦੇ ਨਾਲ ਵਿਚਾਰ ਅੱਗੇ ਸਾਂਝੀ ਕੀਤੀ ਉਸ ਸ਼ਲੋਕ ਦੇ ਵਿੱਚ, ਇਸ ਤੋਂ ਪਿਛਲੇ ਸ਼ਲੋਕ ਦੇ ਅੰਦਰ, ਕਿ ਜੇ ਕੋਈ ਬਰਤਨ ਬਣਾ ਕੇ ਬਰਤਨ ਵੇਚ ਦੇਵੇ ਤੇ ਉਹ ਬਰਤਨ ਕਿਸੇ ਦੂਜੇ ਸ਼ਹਿਰ ਦੇ ਵਿੱਚ ਚਲਾ ਗਿਆ। ਹੁਣ ਉਹ ਬਰਤਨ ਟੁੱਟ ਵੀ ਸਕਦਾ, ਖਤਮ ਵੀ ਹੋ ਸਕਦਾ, ਪਰ ਬਰਤਨ ਬਣਾਉਣ ਵਾਲਾ ਜਿਉਂਦਾ, ਭਾਵ ਉਹ ਬਰਤਨ ਖਤਮ ਹੋ ਜਾਵੇਗਾ। ਉਸ ਬਰਤਨ ਬਣਾਉਣ ਵਾਲੇ ਦੇ ਖਤਮ ਹੋਣ ਤੋਂ ਪਹਿਲਾਂ ਵੀ ਉਹ ਬਰਤਨ ਖਤਮ ਹੋ ਸਕਦਾ ਹੈ। ਪਰ ਜਿਹੜਾ ਨ੍ਰਿਤਕਾਰ ਹੈ, ਨ੍ਰਿਤ ਕਰਨ ਵਾਲਾ ਜਾਂ ਬੋਲਣ ਵਾਲਾ ਬੁਲਾਰਾ ਆ, ਉਹਦੇ ਬਚਨ ਉਹਦੇ ਨਾਲ ਹੀ ਨੇ, ਉਹ ਉਹਦੇ ਬਚਨਾਂ ਦੇ ਵਿੱਚ ਵਸਦਾ ਆ ਤੇ ਬਚਨ ਉਹਦੇ ਅੰਦਰ ਵਸਦੇ ਨੇ, ਭਾਵ ਇੱਕਮਿਕ ਹੋਏ ਪਏ ਨੇ, ਦੋਵੇਂ ਇੱਕਮਿਕ ਹੋਏ ਪਏ ਨੇ। ਕਲਾ ਉਹਦੇ ਅੰਦਰ ਵਸਦੀ ਨ੍ਰਿਤਕਾਰ ਦੇ ਤੇ ਉਹ ਨ੍ਰਿਤ ਦੇ ਵਿੱਚ ਵਸਦਾ। ਜਦੋਂ ਤੱਕ ਉਹ ਸੰਸਾਰ ਦੇ ਵਿੱਚ ਹੈ ਉਦੋਂ ਤੱਕ ਉਹਦਾ ਨ੍ਰਿਤ ਖਤਮ ਨਹੀਂ ਹੋ ਸਕਦਾ, ਉਦੋਂ ਤੱਕ ਉਹ ਨ੍ਰਿਤ ਕਰਦਾ ਰਹੇਗਾ, ਨਾਚ ਕਰਦਾ ਰਹੇਗਾ, ਉਦੋਂ ਤੱਕ ਉਹ ਬੋਲਦਾ ਰਹੇਗਾ, ਬੁਲਾਰਾ ਰਹੇਗਾ। ਭਾਵ ਉਹਦਾ ਜਿਹੜਾ ਨਾਚ ਹੈ ਉਹ ਝੂਠਾ ਨਹੀਂ, ਉਹ ਉਹਦੇ ਅੰਦਰ ਪਸਰ ਰਿਹਾ, ਤੇ ਜਦੋਂ ਉਹਦਾ ਚਿੱਤ ਕਰੇ ਉਹ ਉਦੋਂ ਉਸ ਬੋਲ ਨੂੰ, ਉਸ ਨਾਚ ਨੂੰ ਬਾਹਰ ਕੱਢਦਾ ਆ, ਦਿਖਾਵਾ ਕਰਦਾ ਆ, ਪ੍ਰਗਟ ਕਰਦਾ ਆ। ਬਿਲਕੁਲ ਇਸੇ ਤਰ੍ਹਾਂ ਅਕਾਲ ਪੁਰਖ ਦੀ ਵਡਿਆਈ ਵਿਚਾਰ ਹੈ ਕਿ ਜਦੋਂ ਉਸ ਅਕਾਲ ਪੁਰਖ ਦਾ ਚਿੱਤ ਕੀਤਾ ਤੇ ਉਸ ਨੇ ਸਾਰੀ ਸ੍ਰਿਸ਼ਟੀ ਦਾ ਪਸਾਰਾ ਪਸਾਰ ਦਿੱਤਾ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਓ। ਇਹ ਉਸ ਦੀ ਵੱਡੀ ਵਡਿਆਈ ਆ ਜੀ ਸਾਡੇ ਕੋਲ, ਕਿ ਵੱਡੀ ਵਡਿਆਈ ਜਾਂ ਆਪੇ ਆਪ ਹੀ ਪਸਰ ਰਿਹਾ ਹੁਣ ਸਾਰੀ ਸ੍ਰਿਸ਼ਟੀ ਦੇ ਵਿੱਚ। ਤੇ ਜੇ ਖਿੱਚ ਪਾ ਦੇਵੇ ਭਾਵ ਸੰਸਾਰ ਨੂੰ, ਫਿਰ ਖੇਲ ਸੰਕੋਚੇ ਤੋ ਏਕ ਓੰਕਾਰਾ। ਫਿਰ ਇੱਕੋ ਅਕਾਲ ਪੁਰਖ, ਜਿਹਨੂੰ ਪਾਤਸ਼ਾਹ ਜੀ ਕਹਿੰਦੇ ਏਕ ਤੁਈ ਏਕ ਤੁਈ। ਬਚਨ ਆਉਂਦਾ ਬਾਣੀ ਦੇ ਅੰਦਰ, ਏਕ ਤੁਈ ਏਕ ਤੁਈ, ਸ੍ਰੀ ਰਾਗ ਦੀ ਬਾਣੀ ਦੇ ਅੰਦਰ ਹੈ ਸ਼ਾਇਦ, ਜੇ ਮੈਂ ਭੁੱਲਦਾ ਨਾ ਹੋਵਾਂ। ਖੈਰ ਪਾਤਸ਼ਾਹ ਜੀ ਅੱਗੇ ਬਚਨ ਕਰਦੇ, ਦੋ ਪੰਕਤੀਆਂ ਦੀ ਵਿਚਾਰ ਹੈ, ਕੇਵਲ ਅੰਤਮ ਜਿਹੜਾ ਸਰੂਪ ਹੈ ਇਸ ਸ਼ਲੋਕ ਦਾ, ਅੰਤਮ ਪੰਕਤੀਆਂ ਨੇ। ਪਾਤਸ਼ਾਹ ਜੀ ਕਹਿੰਦੇ ਨਾਨਕ ਕਾਰ ਨ ਕਥਨੀ ਜਾਏ, ਕੀਤਾ ਕਰਨਾ ਸਰਬ ਰਜ਼ਾਏ। ਕਹਿੰਦੇ ਨਾਨਕ, ਹੇ ਨਾਨਕ, ਵਿਚਾਰ ਕਰਨ ਵਾਲੇ,
ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਨਾਮ ਦੀ ਮੋਹਰ ਲਾ ਕੇ ਬਾਣੀ ਦੇ ਵਿੱਚ, ਤੇ ਇਹ ਨਾਨਕ ਨਾਮ ਜਿਹੜਾ ਆ ਜੀ, ਇਹ ਉਸ ਸਰੀਰ ਦਾ ਨਾਮ ਨਹੀਂ, ਉਸ ਜੋਤ ਦਾ ਨਾਮ ਨਾਨਕ ਹੈ। ਕਿਉਂਕਿ ਨਾਨਕ ਦਾ ਭਾਵ ਹੁੰਦਾ ਸਭ ਤੋਂ ਵੱਡਾ ਸੰਸਾਰ ਦੇ ਵਿੱਚ, ਤੇ ਸਭ ਤੋਂ ਵੱਡਾ ਉਹ ਅਕਾਲ ਪੁਰਖ ਆਪ ਹੈ। ਕਹਿੰਦੇ ਨਾਨਕ ਕਾਰ ਨਾ ਕਥਨੀ ਜਾਏ, ਕੀਤਾ ਕਰਨਾ ਸਰਬ ਰਜ਼ਾਏ। ਉਹਦੇ ਹੁਕਮ ਦੇ ਅੰਦਰ ਸਾਰਾ ਕੁਝ ਵਰਤ ਰਿਹਾ, ਕੁਝ ਵੀ ਉਹਦੇ ਹੁਕਮ ਤੋਂ ਬਾਹਰ ਨਹੀਂ ਅੱਜ ਤੱਕ ਹੋਇਆ। ਸਾਡਾ ਜੇ ਕਾਰੋਬਾਰ ਇੰਨਾ ਕੁ ਤਗੜਾ ਹੋ ਜਾਵੇ ਨਾ ਕਿ ਸਾਡੇ ਇੱਕ ਕਾਰਖਾਨੇ ਤੋਂ 2 ਕਾਰਖਾਨੇ 3 ਕਾਰਖਾਨੇ ਚੱਲਦੇ ਹੋਣ, ਤੇ ਅਸੀਂ ਇੱਕ ਕਾਰਖਾਨੇ ਦੇ ਵਿੱਚ ਹੀ ਜਾ ਕੇ ਬੈਠ ਸਕਦੇ ਹਾਂ, ਦੂਜੇ ਤੇ ਸਾਡਾ ਜਾਂ ਕੋਈ ਸਪੁੱਤਰ ਬੈਠੇਗਾ ਜਾਂ ਸਾਡੀ ਅਗਲੀ ਪੀੜ੍ਹੀ ਦੇ ਵਿੱਚੋਂ ਕੋਈ ਬੈਠੇ, ਜਾਂ ਸਾਕ ਸੰਬੰਧੀ ਜਾਂ ਨੌਕਰ ਅਸੀਂ ਰੱਖ ਲਵਾਂਗੇ, ਪਰ ਅਸੀਂ ਆਪ ਨਹੀਂ ਬੈਠ ਸਕਦੇ। ਪਰ ਪਾਤਸ਼ਾਹ ਜੀ ਕਹਿੰਦੇ ਜੇ ਉਹਨੇ ਨਿੱਕੀ ਤੋਂ ਨਿੱਕੀ ਕੀੜੀ ਵੀ ਪੈਦਾ ਕੀਤੀ ਨਾ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ, ਸਾਰਿਆਂ ਦੇ ਉੱਪਰ ਕਿਰਪਾ ਦ੍ਰਿਸ਼ਟੀ ਕਰਕੇ ਰੱਖਦਾ, ਕੁਛ ਵੀ ਉਹਦੀ ਨਿਗਾਹ ਤੋਂ ਉਹਦੀ ਨਜ਼ਰ ਤੋਂ ਬਾਹਰ ਨਹੀਂ। ਨਾਨਕ ਕਾਰ ਨਾ ਕਥਨੀ ਜਾਏ, ਉਹਦੀ ਏਡੀ ਵੱਡੀ ਕਾਰ, ਏਡੀ ਵੱਡੀ ਕਰਾਮਾਤ ਕੁਦਰਤ ਬਣਾਈ ਆ, ਇਹਦੀ ਵਿਚਾਰ ਕਥਨੀ ਭਾਵ ਕਈ ਨਹੀਂ ਜਾ ਸਕਦੀ ਮੁਖ ਦੇ ਨਾਲ। ਜਿਹਨੂੰ ਗੁਰਦੇਵ ਜੀ ਕਹਿੰਦੇ ਇੱਕ ਦੂ ਜੀ ਭਾਓ ਲੱਖ ਹੋਏ, ਲੱਖ ਹੋਵੇ ਲੱਖ 20, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਵੇ ਤੁਰਾਹੇ ਪਤ ਪਵਣੀਆਂ ਚੜੀਐ ਹੋਏ 21। ਕਹਿੰਦੇ ਇੱਕ ਜੀਵ ਤੋਂ ਲੱਖ ਵੀ ਹੋ ਜਾਣ, ਲੱਖ ਤੋਂ ਫਿਰ 20 ਲੱਖ ਵੀ ਹੋ ਜਾਣ, ਤੇ 20 ਲੱਖ ਜੀਵਾਂ ਦੇ ਨਾਲ ਉਹਦਾ ਲੱਖ ਲੱਖ ਵਾਰੀ ਨਾਮ ਆਖੀਏ, ਗੇੜੇ ਖਾਵੇ ਜੀਵ, ਤੇ ਤਾਂ ਵੀ ਕਹਿੰਦੇ ਉਸ ਦੀ ਸੰਪੂਰਨ ਵਡਿਆਈ ਨਹੀਂ ਪ੍ਰਾਪਤ ਕੀਤੀ ਜਾ ਸਕਦੀ, ਕਿਉਂਕਿ ਸਾਰਾ ਕੁਝ ਉਹਦੇ ਹੁਕਮ ਦੇ ਵਿੱਚ ਚੱਲ ਰਿਹਾ। ਇਸ ਲਈ ਜੀਵ ਦਾ ਵੀ ਇਹੋ ਕਾਰਜ ਹੈ, ਜਿੱਥੋਂ ਬਾਣੀ ਦੀ ਵਿਚਾਰ ਦੀ ਆਰੰਭਤਾ ਹੁੰਦੀ ਨਾ, ਜਿਹੜਾ ਬਾਣੀ ਦਾ ਕੇਂਦਰੀ ਭਾਵ ਮੰਨਿਆ ਜਾਂਦਾ ਹੈ। ਇਹ ਵੀ ਵਿਚਾਰ ਆਪਾਂ ਕਰੀਏ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਸਰੂਪ ਜਿਹੜਾ ਹੈ, ਇਹ ਸੰਪੂਰਨ ਜਪਜੀ ਸਾਹਿਬ ਦੀ ਵਿਚਾਰ ਆ, ਤੇ ਜਿਹੜੀ ਜਪਜੀ ਸਾਹਿਬ ਦੀ ਵਿਚਾਰ ਹੈ ਇਹ ਮੂਲ ਮੰਤਰ ਦੀ ਸੰਪੂਰਨ ਵਿਚਾਰ ਹੈ, ਭਾਵ ਅੱਗੇ ਵਿਆਖਿਆ ਹੈ। ਤੇ ਜਪਜੀ ਸਾਹਿਬ ਦੇ ਵਿੱਚ ਰਹਾਉ ਵਾਲਾ ਬੰਦ ਮੰਨਿਆ ਜਾਂਦਾ ਹੈ ਨਹੀਂ, ਕਿਉਂਕਿ ਉੱਥੇ ਰਹਾਉ ਲਿਖਿਆ ਨਹੀਂ, ਪਰ ਸੰਪੂਰਨ ਬਾਣੀ ਦਾ ਜਿਹੜਾ ਰਹਾਉ, ਜਿਹੜਾ ਕੇਂਦਰੀ ਭਾਵ ਮੰਨਿਆ ਜਾਂਦਾ, ਉਹ ਜੀਵਨ ਦੇ ਵਿੱਚ ਸਚਿਆਰ ਬਣਨਾ ਹੈ, ਉਸ ਸੱਚੇ ਦੇ ਨਾਲ ਜੁੜਨਾ, ਜਿਹਨੂੰ ਗੁਰਦੇਵ ਜੀ ਬਖਸ਼ਿਸ਼ ਕਰਦੇ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਤੇ ਉੱਥੇ ਵੀ ਪਾਤਸ਼ਾਹ ਜੀ ਇਹੋ ਬਖਸ਼ਿਸ਼ ਕਰਦੇ ਕਿ ਭਾਈ ਉਹਦੇ ਹੁਕਮ ਦੇ ਵਿੱਚ ਚੱਲਣਾ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਭਾਵ ਜਿਸ ਦਿਨ ਜੀਵ ਨੇ ਹੁਕਮ ਨੂੰ ਬੁੱਝ ਲਿਆ, ਉਸ ਦਿਨ ਜੀਵਨ ਦੇ ਅੰਦਰ ਸੁੱਖ ਹੀ ਸੁੱਖ ਪ੍ਰਾਪਤ ਹੋਵੇ। ਜਿਸ ਦਿਨ ਅਸੀਂ ਇਹ ਸਮਝ ਲਿਆ ਕਿ ਭਾਈ ਮੇਰੇ ਜੀਵਨ ਦੇ ਵਿੱਚ ਜੇ ਕੋਈ ਦਾਤ ਮਿਲੀ ਆ, ਉਹ ਵੀ ਉਸ ਦੀ ਦਾਤ ਸੀ, ਉਹ ਵੀ ਉਸ ਦੀ ਬਖਸ਼ਿਸ਼ ਸੀ, ਤੇ ਜੇ ਉਸਨੇ ਵਾਪਸ ਵੀ ਲੈ ਲਈ ਤੇ ਇਹ ਵੀ ਉਸ ਦੀ ਬਖਸ਼ਿਸ਼ ਆ, ਮੇਰੀ ਤੇ ਸੀ ਨਹੀਂ, ਉਹਦੀ ਸੀ ਦਾਤ ਉਹ, ਤੇ ਉਹਨੇ ਵਾਪਸ ਲੈ ਲਈ। ਇਹ ਹੁਕਮ ਨੂੰ ਬੁੱਝ ਲਿਆ ਨਾ, ਉਸ ਦਿਨ ਜੀਵਨ ਦੇ ਵਿੱਚ ਸੁੱਖ ਪ੍ਰਾਪਤ ਹੋਵੇਗਾ। ਉਸ ਦਿਨ ਹਉਮੈ ਖਤਮ ਹੋ ਜਾਵੇਗੀ, ਕੋਈ ਵੀ ਕਾਰਜ ਮੈਂ ਨਹੀਂ ਕੀਤਾ, ਉਸ ਅਕਾਲ ਪੁਰਖ ਨੇ ਕੀਤਾ ਹੈ। ਉਹ ਅਕਾਲ ਪੁਰਖ ਆਪ ਕਰਨ ਵਾਲਾ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾ ਹੀ ਕੋਈ, ਦੂਜਾ ਹੋਰ ਕੋਈ ਨਹੀਂ ਸੰਸਾਰ ਦੇ ਅੰਦਰ। ਕਿਉਂਕਿ ਪਾਤਸ਼ਾਹ ਜੀ ਕਹਿੰਦੇ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਈ, ਕੋਈ ਵੀ ਹਉਮੈ ਦੇ ਵਿੱਚ ਆ ਕੇ ਬਚਨ ਨਹੀਂ ਕਰੇਗਾ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਨਾਲ ਦੂਜੀ ਪੌੜੀ ਦੇ ਨਾਲ ਲੱਗੇ 3 ਸ਼ਲੋਕਾਂ ਦੇ ਵਿੱਚੋਂ ਅੱਜ ਆਪਾਂ ਦੂਜੇ ਸ਼ਲੋਕ ਦੇ ਵਿਚਾਰ ਦੇ ਨਾਲ ਜੁੜੇ ਸੀ। ਬੜੀ ਬਖਸ਼ਿਸ਼ ਕੀਤੀ ਪਾਤਸ਼ਾਹ ਜੀ ਨੇ। ਆਪ ਸੰਗਤ ਦਾ ਕੋਟਾਨ ਕੋਟ ਸ਼ੁਕਰਾਨਾ, ਜੋ ਆਪ ਜੀ ਨੇ ਇਕਾਗਰ ਚਿਤ ਹੋ ਕੇ ਆਪਣਾ ਜੀਵਨ ਦੇ ਵਿੱਚੋਂ ਸੁਭਾਗਾ ਸਮਾਂ ਜੋ ਗੁਰੂ ਨੂੰ ਬਖਸ਼ਿਆ, ਗੁਰੂ ਦੀ ਦਾਤ ਪ੍ਰਾਪਤ ਕੀਤੀ ਹੈ, ਗੁਰੂ ਦੇ ਪਾਸੋਂ, ਗੁਰੂ ਸਾਹਿਬ ਜੀ ਦੇ ਕੋਲੋਂ ਇਹ ਵਿਚਾਰ ਦੀ ਦਾਤ ਆਪਣੀ ਸੁਰਤ ਦੇ ਵਿੱਚ ਵਸਾ ਲਈਏ। ਸਤਿਗੁਰੂ ਜੀ ਕਿਰਪਾ ਕਰਨ, ਹਮੇਸ਼ਾ ਗੁਰੂ ਦੇ ਚਰਨਾਂ ਵਿੱਚ ਜੁੜਨ ਦੇ ਆਹਰ ਕਰਦੇ ਰਹੀਏ, ਯਤਨ ਉਦਮ ਕਰਦੇ ਰਹੀਏ।